Hello friends, welcome to Pahadi Boy Classes. ਦੁੱਤੀ ਜਰਨੈਲ ਹਰੀ ਸਿੰਘ ਨਲੂਆ ਜੀਵਨੀ ਲੇਖ ਬਾਬਾ ਪ੍ਰੇਮ ਸਿੰਘ ਹੋਤੀ ਦੀ ਰਚਨਾ ਹੈ। ਇਸ ਲੇਖ ਵਿੱਚ ਲੇਖਕ ਸਿੱਖ ਰਾਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪ੍ਰਭਾਵਸ਼ਾਲੀ, ਸੁਰਮਗਤੀ ਤੇ ਪ੍ਰਬੰਧਕੀ ਸਿਆਣਪ ਨਾਲ ਭਰੀ ਸ਼ਖਸੀਅਤ ਦਾ ਚਿਤਰਨ ਕਰਦਾ ਹੈ। ਲੇਖਕ ਦੱਸਦਾ ਹੈ ਸੱਸਾ ਹਰੀ ਸਿੰਘ ਨਲੂਆ ਦਾ ਕੱਦ ਕਾਫੀ ਉੱਚਾ ਸੀ। ਆਪ ਦਾ ਸਰੀਰ ਵਿਚਕਾਰਲੇ ਮੇਲ ਦਾ ਸੀ, ਜੋ ਦਿਸਣ ਵਿੱਚ ਨਾ ਬਹੁਤਾ ਭਰਾ ਤੇ ਨਾ ਹੀ ਪਤਲਾ ਸੀ, ਪਰ ਬਹੁਤ ਹੀ ਸੁਡੌਲ ਅਤੇ ਫੁਰਤੀਲਾ ਸੀ। ਆਪ ਦਾ ਚਿਹਰਾ ਸੁਰਖੀ, ਪਿੰਨਾ, ਜਲਾਲ ਤੇ ਤੇਜ ਵਾਲਾ ਸੀ। ਦੇਖਣ ਵਾਲੇ ਉੱਪਰ ਉਸ ਦਾ ਜਾਦੂ ਵਰਗਾ ਅਸਰ ਹੁੰਦਾ ਸੀ। ਕਈ ਵਾਰੀ ਕਈ ਪ੍ਰਸਿੱਧ ਯੋਧੇ ਕਿਸੇ ਮਸਲੇ ਦਾ ਪੱਕਾ ਫੈਸਲਾ ਕਰਕੇ ਆਪ ਦੇ ਸਾਹਮਣੇ ਆਉਂਦੇ, ਪਰ ਆਪ ਦਾ ਦਗ-ਦਗ ਕਰਦਾ ਚਿਹਰਾ ਹੀ ਉਹਨਾਂ ਦਾ ਇਰਾਦਾ ਬਦਲ ਦਿੰਦਾ ਤੇ ਜੋ ਕੁਝ ਸੱਸਾ ਹਰੀ ਸਿੰਘ ਦੀ ਇੱਛਾ ਹੁੰਦੀ, ਉਹ ਪ੍ਰਵਾਨ ਕਰ ਲੈਂਦੇ। ਆਪ ਦੀਆਂ ਅੱਖਾਂ ਵਿੱਚ ਅਜਿਹੀ ਖਿੱਚ ਤੇ ਚਮਕ ਸੀ ਕਿ ਵੱਡੇ ਸੂਰਮੇ ਦੇਖਣ ਸਾਰ ਹੀ ਦਿਲ ਹਾਰ ਬੈਠਦੇ। ਇਹੋ ਕਾਰਨ ਹੀ ਸੀ ਕਿ 1923 ਵਿੱਚ ਅਫਗਾਨਿਸਤਾਨ ਦਾ ਅਦੁੱਤੀ ਯੋਧਾ ਮੁਹੰਮਦ ਅਜ਼ੀਮ ਖਾਨ ਆਪ ਨਾਲ ਅੱਖਾਂ ਮਿਲਾਉਂਦਿਆਂ ਹੀ ਮੈਦਾਨ ਵਿੱਚ ਠਹਿਰ ਨਾ ਸਕਿਆ। ਬੇਸ਼ੱਕ ਆਪ ਦੇ ਦਬਦਬੇ ਦਾ ਪ੍ਰਭਾਵ ਬਹੁਤ ਸੀ, ਪਰੰਤੂ ਨਾਲ ਹੀ ਸਿਆਣਪ ਤੇ ਸੰਜੀਦਗੀ ਵੀ ਬੇਮਿਸਾਲ ਸੀ। ਆਪ ਜਿੱਥੇ ਬੰਦੂਕ ਦਾ ਨਿਸ਼ਾਨਾ ਲਾਉਣ ਵਿੱਚ ਲਾਸਾਨੀ ਸਨ, ਉੱਥੇ ਆਪ ਖਾਦਾਰ ਤਲਵਾਰ ਚਲਾਉਣ ਦੇ ਮਾਹਰ ਸਨ। ਆਪ ਘੋੜਿਆਂ ਦੇ ਪਾਰਖੂ ਤੇ ਸ਼ੌਕੀਨ ਸਨ ਤੇ ਨਾਲ ਹੀ ਜ਼ਬਰਦਸਤ ਚਰਖ ਸਵਾਰ ਵੀ। 1831 ਵਿੱਚ ਰੋਪੜ ਦੇ ਦਰਬਾਰ ਸਮੇਂ ਆਪ ਦੀ ਸ਼ਾਹ ਸਵਾਰੀ ਤੇ ਸ਼ਮਸ਼ੇਰਜ਼ਨੀ ਦੇ ਜੌਹਰ ਦੇਖ ਕੇ ਕਮਾਂਡਰ ਇਨ ਚੀਫ ਅਤੇ ਗਵਰਨਰ ਜਨਰਲ ਸਮੇਤ ਸਾਰੇ ਫੌਜੀ ਅਫਸਰਾਂ ਤੇ ਹੈਰਾਨ ਰਹਿ ਗਏ ਸਨ। ਸ਼ੁਰੂ ਵਿੱਚ ਹਰੀ ਸਿੰਘ ਨਲੂਏ ਦੇ ਸਿਰ ਉੱਤੇ ਨਾ ਬਾਪ ਦਾ ਹੱਥ ਸੀ ਤੇ ਨਾ ਅੱਗੇ ਵਧਣ ਦਾ ਕੋਈ ਹੋਰ ਰੀਨਾ ਸੀ। ਆਪ ਨੂੰ ਸਿਰਫ ਪਰਮਾਤਮਾ ਦਾ ਤੇ ਆਪਣੀ ਹਿੰਮਤ ਦਾ ਆਸਰਾ ਸੀ। ਆਪ ਨੇ ਛੋਟੇ ਦਰਜੇ ਤੋਂ ਆਪਣਾ ਜੀਵਨ ਆਰੰਭ ਕੀਤਾ ਤੇ ਵੱਡੇ ਤੋਂ ਵੱਡੇ ਕਾਮਯਾਬ ਜਗਤ ਪ੍ਰਸਿੱਧ ਸਿਪਾਹ ਸਾਲਾਰ, ਕਮਾਂਡਰ ਇਨ ਚੀਫ ਅਤੇ ਖੁਦਮੁਖਤਾਰ ਗਵਰਨਰ ਦੇ ਅਹੁਦੇ ਨੂੰ ਪ੍ਰਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਆਪ ਉੱਤੇ ਇੰਨੇ ਖੁਸ਼ ਸਨ ਕਿ 2 ਸੂਬਿਆਂ ਵਿੱਚ ਆਪ ਨੂੰ ਆਪਣਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ। ਆਪ ਦੇ ਪਰਲੋਕ ਸਿਧਾਰਨ ਸਮੇਂ ਆਪ ਦੀ ਤਨਖਾਹ ਅਤੇ ਜਗੀਰ ਦੀ ਆਮਦਨ ਮਿਲਾ ਕੇ ਜੋ 8,52,000 ਸਾਲਾਨਾ ਸੀ। ਸਭ ਤੋਂ ਵੱਡੀ ਗੱਲ ਜੋ ਸਾਡੇ ਮਨ ਵਿੱਚ ਆਪ ਲਈ ਸਤਿਕਾਰ ਪੈਦਾ ਕਰਦੀ ਹੈ, ਉਹ ਇਹ ਸੀ ਕਿ ਐਡੇ ਉੱਚੇ ਅਹੁਦਿਆਂ ਉੱਤੇ ਪਹੁੰਚ ਕੇ ਵੀ ਆਪ ਨਾਜ਼ੁਕ ਮਿਜ਼ਾਜ ਅਤੇ ਸੁਖ ਰਹਿਣੇ ਕਦੇ ਨਹੀਂ ਸਨ ਬਣੇ। ਕਈ ਵਾਰ ਆਪ ਮਾਮੂਲੀ ਸਿਪਾਹੀਆਂ ਨਾਲ ਬੈਠ ਕੇ 2 ਮੁੱਠਾ ਛੋਲੇ ਖਾ ਕੇ ਤੇ ਬੁੱਕ ਪਾਣੀ ਪੀ ਕੇ ਸਾਰਾ ਦਿਨ ਲੜਦੇ ਰਹਿੰਦੇ ਸਨ। ਸਿਪਾਹੀ ਆਪ ਦੇ ਨੇਕ ਸੁਭਾਅ ਕਰਕੇ ਆਪ ਤੋਂ ਕੁਰਬਾਨ ਜਾਂਦੇ ਸਨ। ਆਪ ਜਦੋਂ ਕਿਸੇ ਕੰਮ ਨੂੰ ਹੱਥ ਪਾਉਂਦੇ ਸਨ ਤਾਂ ਉਸ ਨੂੰ ਨੇਪਰੇ ਲਈ ਪੂਰਾ ਜ਼ੋਰ ਲਾ ਦਿੰਦੇ ਸਨ। ਮੈਦਾਨੇ ਜੰਗ ਵਿੱਚ ਆਪ ਦੀ ਨਿਰਭੈਤਾ ਤੇ ਜੋਸ਼ ਵੇਖ ਕੇ ਦੁਸ਼ਮਣਾਂ ਦੇ ਹੋਸ਼ ਉੱਡ ਜਾਂਦੇ। ਇਹੋ ਕਾਰਨ ਸੀ ਕਿ ਵੈਰੀਆਂ ਨੂੰ ਉਨ੍ਹਾਂ ਦੇ ਸਾਹਮਣੇ ਹਮੇਸ਼ਾ ਭਾਜੜਾਂ ਪੈ ਜਾਂਦੀਆਂ। ਇਹ ਕਹਿਣਾ ਗਲਤ ਹੈ ਕਿ ਹਰੀ ਸਿੰਘ ਨਲੂਏ ਦੀਆਂ ਜਿੱਤਾਂ ਦਾ ਮੂਲ ਕਾਰਨ ਆਪ ਦੀ ਫੌਜ ਦਾ ਗਿਣਤੀ ਵਿੱਚ ਵੈਰੀਆਂ ਤੋਂ ਵੱਧ ਹੋਣਾ ਹੁੰਦਾ ਸੀ। ਕਈ ਵਾਰੀ ਆਪ ਨੇ ਆਪਣੀ ਫੌਜ ਤੋਂ 10 ਤੇ 15 ਗੁਣਾ ਵੱਧ ਵੈਰੀ ਫੌਜ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਲਈ ਮਿਸਾਲ ਜਹਾਂਗੀਰ, ਸੈਦੂ ਤੇ ਮਾਂਗਲੀ ਦੀਆਂ ਲੜਾਈਆਂ ਦੀ ਦਿੱਤੀ ਜਾ ਸਕਦੀ ਹੈ। ਜਹਾਂਗੀਰ ਦੀ ਲੜਾਈ ਵਿੱਚ ਸੱਸਾ ਨਲੂਏ ਨੇ ਕੇਵਲ 8,000 ਫੌਜ ਨਾਲ ਵੈਰੀਆਂ ਦੀ 15,000 ਫੌਜ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਮਾਂਗਲੀ ਵਿੱਚ ਆਪ ਨੇ ਕੇਵਲ 7,000 ਫੌਜ ਨਾਲ 25,000 ਵੈਰੀ ਫੌਜ ਉੱਤੇ ਜਿੱਤ ਪ੍ਰਾਪਤ ਕੀਤੀ। ਅਜਿਹੀਆਂ ਹੀ ਜਿੱਤਾਂ ਬਾਲਕੋਟ, ਬਗੜਾ, ਤਰੱਕੀ ਅਤੇ ਪਿਸ਼ਾਵਰ ਵਿੱਚ ਪ੍ਰਾਪਤ ਕਰਕੇ ਆਪ ਵੈਰੀਆਂ ਲਈ ਇੱਕ ਹਵਾ ਬਣ ਗਏ ਸਨ। ਚਾਰਲਸ ਮੇਸਨ ਅਨੁਸਾਰ 1837 ਵਿੱਚ ਜਮਰੌਦ ਦੀ ਲੜਾਈ ਵਿੱਚ ਨਾਇਬੁਲ ਸਲਤਨਤ ਅਤੇ ਅਮੀਰ ਦੋਸਤ ਮੁਹੰਮਦ ਖਾਨ ਉਦੋਂ ਤੱਕ ਅੱਗੇ ਵੱਧ ਕੇ ਲੜਾਈ ਕਰਦੇ ਰਹੇ, ਜਿੰਨਾ ਚਿਰ ਉਨ੍ਹਾਂ ਨੂੰ ਯਕੀਨ ਸੀ ਕਿ ਸੱਸਾ ਨਲੂਆ ਮੈਦਾਨੇ ਜੰਗ ਵਿੱਚ ਨਹੀਂ, ਪਰ ਜਿਉਂ ਹੀ ਆਪ ਦੇ ਮੈਦਾਨ ਵਿੱਚ ਪਹੁੰਚਣ ਦੀ ਖਬਰ ਮਿਲੀ ਤਾਂ ਉਨ੍ਹਾਂ ਦਾ ਜੋਸ਼ ਮੱਠਾ ਪੈ ਗਿਆ ਤੇ ਉਨ੍ਹਾਂ ਵਿੱਚ ਭਾਜੜ ਪੈ ਗਈ। ਇਹ ਕਹਿਣਾ ਵੀ ਗਲਤ ਹੈ ਕਿ ਸੱਸਾ ਨਲੂਆ ਮੁਸਲਮਾਨਾਂ ਦੇ ਵੈਰੀ ਸਨ। ਉਹ ਸਿਰਫ ਵਕੇ ਹੰਕਾਰੀਆਂ ਦੇ ਵੈਰੀ ਸਨ। ਉਹ ਲਾਇਕ ਤੇ ਇਨਸਾਫ ਪਸੰਦ ਮੁਸਲਮਾਨਾਂ ਦੀ ਬਹੁਤ ਕਦਰ ਕਰਦੇ ਸਨ। ਇਹੋ ਕਾਰਨ ਹੈ ਕਿ ਉਹਨਾਂ ਅਰਬਾਬ ਮੁਹੰਮਦ ਤੇ ਕਾਲਾ ਬਾਲਾ ਦੀ ਵਫਾਦਾਰੀ ਤੇ ਉਸ ਦਾ ਆਮ ਲੋਕਾਂ ਨਾਲ ਚੰਗਾ ਵਰਤਾਓ ਦੇਖ ਕੇ ਉਸ ਨੂੰ ਮਹਾਰਾਜਾ ਸਾਹਿਬ ਤੋਂ ਨਵਾਬੀ ਦਾ ਖਿਤਾਬ ਤੇ 60,000 ਸਾਲਾਨਾ ਦੀ ਜਗੀਰ ਦੁਆਈ।
ਇਸੇ ਤਰ੍ਹਾਂ ਇਸਮਾਈਲ ਦੇ ਖਾਨ ਨੂੰ ਆਕੋਖੇਲ ਤਪੇ ਦਾ ਹਾਕਮ ਥਾਪਕੇ ਦੇ 2500 ਸਾਲਾਨਾ ਮੁਆਵਜ਼ਾ ਦਿੱਤਾ ਅਤੇ ਹਜ਼ਾਰੇ ਦੇ ਪੈਂਦਾ ਖਾਨ ਵਾਲੀਏ ਅੰਬ ਦਰਬੰਦ ਨੂੰ ਅਤੇ ਪੁੱਲ ਬਖਸ਼ਾਉਣ ਵਾਲੇ ਰਖੜਾਂ ਤੇ ਕਿਰਾਲਾ ਨੂੰ ਮੁੜ ਜਗੀਰਾਂ ਤੇ ਸੁੱਖ ਸਹੂਲਤਾਂ ਦਿਵਾਈਆਂ। ਇਸੇ ਤਰ੍ਹਾਂ ਉਨ੍ਹਾਂ ਦੀ ਵੱਡੀ ਆਮਦਨ ਵਾਲੀ ਜਗੀਰ ਦਾ ਪ੍ਰਬੰਧਕ ਖੁਦਾ ਯਾਰ ਖਾਨ ਦਾ ਪੁੱਤਰ ਫਤਿਹ ਖਾਨ ਟਿਵਾਣਾ ਸੀ। ਇਸੇ ਤਰ੍ਹਾਂ ਕਾਜ਼ੀ ਹੁਸੈਨ ਬਖਸ਼ ਅਤੇ ਸ਼ੇਖ ਨਲੂਏ ਸਰਦਾਰ ਦੇ ਕਰਮਵਾਰ ਮੀਰ ਮੁਨਸ਼ੀ ਅਤੇ ਪੇਸ਼ਕਾਰ ਸਨ। ਇਸ ਦੇ ਨਾਲ ਹੀ ਜਿੱਥੇ ਨੇ ਗੁਰਦੁਆਰੇ ਬਣਵਾਏ ਉੱਥੇ ਮੁਸਲਮਾਨਾਂ ਲਈ ਮਸੀਤਾਂ ਵੀ ਬਣਵਾਈਆਂ। ਇਹ ਲੇਖਕ ਸੱਸਾ ਹਰੀ ਸਿੰਘ ਨਲੂਏ ਨੂੰ ਸਖਤੀ ਪਸੰਦ ਕਹਿੰਦੇ ਹਨ, ਪਰ ਇਹ ਵੀ ਠੀਕ ਨਹੀਂ। ਅਸਲ ਵਿੱਚ ਆਪ ਸਭ ਤੋਂ ਪਹਿਲਾਂ ਇਹ ਯਤਨ ਕਰਦੇ ਸਨ ਕਿ ਲੜਾਈ ਨਾ ਹੋਵੇ, ਪਰ ਜਦੋਂ ਗੱਲ ਹੀ ਪੈ ਜਾਂਦੀ ਸੀ ਤਾਂ ਉਹ ਦ੍ਰਿੜਤਾ ਨਾਲ ਲੜਦੇ ਸਨ, ਪਰ ਉਹ ਨੱਠੀ ਜਾਂਦੀ ਫੌਜ ਦਾ ਪਿੱਛਾ ਨਹੀਂ ਸਨ ਕਰਦੇ ਤੇ ਆਪਣੇ ਫਟੜਾਂ ਵਾਂਗ ਹੀ ਵਿਰੋਧੀ ਫਟੜਾਂ ਦਾ ਇਲਾਜ ਵੀ ਕਰਾਉਣ ਸਨ। ਸਮੇਂ ਤੇ ਦੇਸ਼ ਦੀਆਂ ਲੋੜਾਂ ਕਾਰਨ ਜੇਕਰ ਕਿਤੇ ਸਖਤੀ ਵਰਤਣੀ ਵੀ ਪੈ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਉਹ ਸੁਭਾਵਿਕ ਸਖਤ ਸਨ। ਆਪ ਨੂੰ ਹਜ਼ਾਰਾ ਤੇ ਪਿਸ਼ਾਵਰ ਪਹਿਲੀ ਵਰਗੇ ਸੂਬਿਆਂ ਦੀ ਗਵਰਨਰੀ ਮਿਲੀ ਸੀ, ਜਿੱਥੇ ਹਿੰਦੁਸਤਾਨ ਦੇ ਹੋਰਨਾਂ ਸੂਬਿਆਂ ਨਾਲੋਂ ਕੁਝ ਕਰੜਾਈ ਤੋਂ ਕੰਮ ਲੈਣਾ ਪੈਂਦਾ ਸੀ। ਅਸਲ ਵਿੱਚ ਸੱਸਾ ਨਲੂਏ ਦੇ ਸਮੇਂ ਇਹ ਵਾਰੀ ਇੱਕ ਨਿਯਮਤ ਹਕੂਮਤ ਹੇਠ ਆਏ ਸਨ। ਜੇਕਰ ਇੱਥੇ ਕੁਝ ਰੋਬ ਕਾਇਮ ਨਾ ਕੀਤਾ ਜਾਂਦਾ ਤਾਂ ਇੱਥੇ ਹਕੂਮਤ ਠਹਿਰ ਹੀ ਨਹੀਂ ਸੀ ਸਕਦੀ। ਸੱਸਾ ਨਲੂਆ ਜਦੋਂ ਕਿਸੇ ਬਗਾਵਤ ਨੂੰ ਦਬਾਉਂਦੇ ਸਨ ਉਦੋਂ ਹੀ ਕੁਝ ਸਖਤ ਕਾਰਵਾਈ ਹੁੰਦੀ ਸੀ, ਪਰ ਪਿੱਛੋਂ ਆਪ ਦੀ ਹਕੂਮਤ ਨਰਮ ਹੀ ਹੁੰਦੀ ਸੀ। ਆਪ ਦੇ ਜੀਵਨ ਵਿੱਚ ਇੱਕ ਅੱਧ ਮੌਕਾ ਅਜਿਹਾ ਵੀ ਆਇਆ ਜਦੋਂ ਆਪ ਨੇ ਤਿੰਨ ਬਾਗੀਆਂ ਨੂੰ ਤੋਪਾਂ ਅੱਗੇ ਉਡਾਉਣ ਦਾ ਹੁਕਮ ਦਿੱਤਾ। ਅਜਿਹਾ ਕਰਕੇ ਆਪ ਅਸਲ ਵਿੱਚ 2-3 ਦੇ ਬਦਲੇ ਹਜ਼ਾਰਾਂ ਦਾ ਬਚਾਅ ਕਰਨਾ ਚਾਹੁੰਦੇ ਸਨ। ਮੀ ਪਾਨੀਕਰ ਲਿਖਦਾ ਹੈ ਕਿ ਸੱਸਾ ਨਲੂਆ ਸਿੱਖ ਜਰਨੈਲਾਂ ਵਿੱਚੋਂ ਸਭ ਤੋਂ ਵੱਧ ਸ਼ਰੀਫ ਅਤੇ ਬਹਾਦਰ ਜਰਨੈਲ ਸੀ। ਉਸ ਦਾ ਜੀਵਨ ਪਲਮਨਸਾਉ, ਵਰਿਆਮਤਾ ਤੇ ਨਿਡਰਤਾ ਦਾ ਸੰਮਿਲਿਤ ਨਮੂਨਾ ਸੀ। ਲੇਖਕ ਕੁਝ ਇਤਿਹਾਸਕਾਰਾਂ ਦੇ ਇਸ ਵਿਚਾਰ ਨਾਲ ਵੀ ਸਹਿਮਤ ਨਹੀਂ ਕਿ ਸੱਸਾ ਨਲੂਆ ਕਸ਼ਮੀਰ ਦੀ ਗਵਰਨਰੀ ਸਮੇਂ ਮੁਲਕੀ ਪ੍ਰਬੰਧ ਵਿੱਚ ਬਹੁਤਾ ਸਫਲ ਨਹੀਂ ਸੀ ਹੋਇਆ ਤੇ ਮਹਾਰਾਜੇ ਨੇ ਉੱਥੋਂ ਉਸ ਨੂੰ ਵਾਪਸ ਬੁਲਾ ਲਿਆ ਸੀ। ਇਸੇ ਤਰ੍ਹਾਂ ਪਿਸ਼ਾਵਰ ਤੇ ਹਜ਼ਾਰੇ ਬਾਰੇ ਵੀ ਬਹੁਤ ਸਾਰੀਆਂ ਗਲਤ ਫਹਿਮੀਆਂ ਹਨ। ਲੇਖਕ ਦੱਸਦਾ ਹੈ ਜਦੋਂ ਸੱਸਾ ਨਲੂਏ ਨੇ 25 ਅਗਸਤ 1820 ਨੂੰ ਕਸ਼ਮੀਰ ਦੀ ਗਵਰਨਰੀ ਦਾ ਕੰਮ ਸੰਭਾਲਿਆ ਸੀ ਤਾਂ ਉੱਥੇ ਬੁਰੀ ਤਰ੍ਹਾਂ ਬਦਅਮਨੀ ਫੈਲੀ ਹੋਈ ਸੀ। ਮਾਲੀਏ ਦੀ ਵਸੂਲੀ ਬੰਦ ਸੀ ਤੇ ਸਰਕਾਰੀ ਹੁਕਮਾਂ ਦੀ ਖੁੱਲ੍ਹਾ ਉਲੰਘਣਾ ਕੀਤੀ ਜਾਂਦੀ ਸੀ। ਲੁੱਟਮਾਰ ਆਮ ਹੁੰਦੀ ਸੀ। ਇਹ ਸਥਿਤੀ ਨਲੂਏ ਦੇ ਇੱਥੋਂ ਦਾ ਪ੍ਰਬੰਧ ਸੰਭਾਲਣ ਤੋਂ ਪਹਿਲਾਂ ਦੇਵੀਦਾਸ ਦੁਆਰਾ ਮਹਾਰਾਜੇ ਨੂੰ ਦਿੱਤੀ ਰਿਪੋਰਟ ਤੋਂ ਸਪਸ਼ਟ ਹੈ। ਸੱਸਾ ਨਲੂਏ ਦੇ ਪਹੁੰਚਣ ਮਗਰੋਂ ਉੱਥੇ ਸ਼ਾਂਤੀ ਵਰਤ ਗਈ ਤੇ ਮਾਲੀਆ ਵੀ ਵਸਲ ਹੋ ਗਿਆ। ਸਰਕਾਰੀ ਹੁਕਮਾਂ ਦੀ ਤਾਲੀਮ ਹੋਣ ਲੱਗੀ ਤੇ ਵਪਾਰ ਵਧ ਗਿਆ। ਜ਼ਿਮੀਂਦਾਰਾਂ ਦੀ ਖਜ਼ਾਨੇ ਵਿੱਚੋਂ ਸਹਾਇਤਾ ਦੇ ਕੇ ਮਦਦ ਕੀਤੀ ਗਈ। ਬਾਗੀਆਂ ਤੇ ਡਾਕੂਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਗਈਆਂ। ਉਸ ਨੇ ਵਪਾਰੀਆਂ ਦੀ ਰਾਏ ਅਨੁਸਾਰ ਹੋਰ ਟੈਕਸਾਂ ਸੰਬੰਧੀ ਅਨੁਮਾਨ ਲਾਏ ਗਏ। ਮਹਾਰਾਜਾ ਸਾਹਿਬ ਤਾਂ ਇਸ ਤੋਂ ਬਹੁਤ ਖੁਸ਼ ਹੋਏ ਤੇ ਉਨ੍ਹਾਂ ਸੱਸਾ ਨਲੂਏ ਨੂੰ ਆਪਣਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਸ ਦੇ ਨਾਲ ਹੀ ਮਹਾਰਾਜੇ ਨੇ ਉਨ੍ਹਾਂ ਨੂੰ ਪਖਲੀ ਤੇ ਤਮਦੇੜ ਦਾ ਉਪਜਾਊ ਇਲਾਕਾ ਜਗੀਰ ਵਜੋਂ ਦਿੱਤਾ। ਇਸ ਦਾ ਪਤਾ ਲੁਧਿਆਣੇ ਦੇ ਪੋਲੀਟੀਕਲ ਏਜੰਟ ਕਪਤਾਨ ਵੰਡ ਵੱਲੋਂ ਗਵਰਨਰ ਜਨਰਲ ਨੂੰ ਲਿਖੇ ਖੱਤ ਤੋਂ ਲੱਗਦਾ ਹੈ। ਇਸ ਗੱਲ ਦੀ ਪ੍ਰੋੜਤਾ ਮੁਨਸ਼ੀ ਸ਼ਹਾਮਤ ਅਲੀ ਤੇ ਮਿਵੀਜ਼ਨ ਵੀ ਕਰਦੇ ਹਨ। ਇਸੇ ਤਰ੍ਹਾਂ ਹਜ਼ਾਰੇ ਦੇ ਪ੍ਰਬੰਧ ਸੰਬੰਧੀ ਮਹਾਰਾਜੇ ਨੇ ਕਈ ਸ਼ਾਹੀ ਦਰਬਾਰਾਂ ਵਿੱਚ ਉਸ ਦੀ ਪ੍ਰਸ਼ੰਸਾ ਕੀਤੀ ਤੇ ਉਸ ਨੂੰ ਬਹੁਮੁੱਲੀਆਂ ਖਿਲਤਾਂ ਤੇ ਸਿਰੋਪੇ ਬਖਸ਼ੇ। ਸੱਸਾ ਨਲੂਏ ਵੱਲੋਂ ਪਿਸ਼ਾਵਰ ਦੀ ਗਵਰਨਰੀ ਸਮੇਂ ਕੀਤੇ ਸਫਲ ਪ੍ਰਬੰਧ ਤੋਂ ਮਹਾਰਾਜਾ ਰਣਜੀਤ ਸਿੰਘ ਇੰਨੇ ਪ੍ਰਸੰਨ ਹੋਏ ਕਿ ਇੱਥੇ ਵੀ ਉਨ੍ਹਾਂ ਉਸ ਨੂੰ ਆਪਣੇ ਨਾਂ ਦਾ ਸਿੱਕਾ ਜਾਰੀ ਕਰਨ ਦਾ ਮਾਣ ਬਖਸ਼ਿਆ। ਸੱਸਾ ਨਲੂਏ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਨਾ ਕੇਵਲ ਜੰਗ ਫਤਿਹ ਕਰਨ ਦੇ ਹੀ ਧਨੀ ਸਨ, ਸਗੋਂ ਉੱਚੇ ਦਰਜੇ ਦੇ ਸੁਯੋਗ ਪ੍ਰਬੰਧਕ ਵੀ ਸਨ। ਸੱਸਾ ਨਲੂਏ ਦੀ ਬੋਲ ਚਾਲ ਦਾ ਢੰਗ ਬਹੁਤ ਹੀ ਮਨਮੋਹਣਾ ਅਤੇ ਦਿਲ ਖਿੱਚਵਾਨ ਸੀ। ਆਪ ਵੱਡੇ ਵਿਦਵਾਨਾਂ ਦੀ ਤਰ੍ਹਾਂ ਬੜੇ ਤੋਲਵੇਨ ਤੇ ਮਨਾਸਬ ਸ਼ਬਦ ਬੋਲਦੇ ਸਨ। ਉਨ੍ਹਾਂ ਨੂੰ ਸਾਰੇ ਹਿੰਦੁਸਤਾਨ ਤੋਂ ਇਲਾਵਾ ਯੂਰਪ ਬਾਰੇ ਵੀ ਬਹੁਤ ਜਾਣਕਾਰੀ ਸੀ, ਜਿਸ ਨੂੰ ਸੁਣ ਕੇ ਬੈਰਨ ਹੂਗਲ ਹੈਰਾਨ ਰਹਿ ਗਿਆ ਸੀ।
ਜਦੋਂ ਆਪ 1831 ਵਿੱਚ ਲਾਰਡ ਵਿਲੀਅਮ ਬੈਂਟਿਕ ਨੂੰ ਮਿਲਣ ਲਈ ਸ਼ਿਮਲੇ ਗਏ ਤਾਂ ਉੱਥੇ ਗਵਰਨਰ ਜਨਰਲ ਤੇ ਸਾਰੇ ਜ਼ਿੰਮੇਵਾਰ ਅਫਸਰ ਆਪ ਦੀ ਸਿਆਣਪ, ਈਸਟ ਇੰਡੀਆ ਕੰਪਨੀ ਦੀ ਪਾਲਿਸੀ ਸੰਬੰਧੀ ਵਾਕਫੀ ਤੇ ਖੁਫੀਆ ਗੱਲਾਂ ਬਾਰੇ ਸੁਣ ਕੇ ਹੈਰਾਨ ਰਹਿ ਗਏ। ਸੱਸਾ ਨਲੂਏ ਦੀ ਅਜਿਹੀ ਜਾਣਕਾਰੀ ਤੇ ਉੱਚੀ ਬੁੱਧੀ ਸੰਬੰਧੀ ਬੈਰਨ ਹੂਗਲ ਆਪਣੇ ਸਫ਼ਰਨਾਮੇ ਵਿੱਚ ਜ਼ਿਕਰ ਕਰਦਾ ਹੈ। ਸੱਸਾ ਨਲੂਏ ਦੀ ਸੁਚੱਜੀ ਬੋਲਚਾਲ ਦੀ ਸ਼ਲਾਘਾ ਮੇਮਨ ਵੀ ਕਰਦਾ ਹੈ ਤੇ ਲਿਖਦਾ ਹੈ ਕਿ ਉਹ ਫਾਰਸੀ, ਗੁਰਮੁਖੀ ਤੇ ਪਸ਼ਤੋ ਵਿੱਚ ਬੜੀ ਰਵਾਨੀ ਨਾਲ ਲਿਖ, ਪੜ੍ਹ ਅਤੇ ਬੋਲ ਸਕਦੇ ਸਨ। ਪੰਡਿਤ ਸ਼ਿਵ ਦਿਆਲ ਲਿਖਦਾ ਹੈ ਕਿ ਸੱਸਾ ਹਰੀ ਸਿੰਘ ਨਲੂਆ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਸਭ ਤੋਂ ਵੱਡਾ ਸੂਰਮਾ ਤੇ ਵਿਦਵਾਨ ਜਰਨੈਲ ਸੀ।